हज़रात बड़े अफसोस के नाल एक ऐलान किया वेंदा, एक नामालूम औरत रज़ा इलाही दे नाल फौत हो गई। उस दा नमाज़े जनाजा शाम की अज़ान तो बाद करीबी जनाज़ेगाह विच अदा किया वैसी। तमाम साथियां इतलाह दी वेंदी है कि वो इस जनाजे विच जरूर शामिल होण। बहुत शुक्रिया चौधरी। ये जे एक तवाईफ औरत आई एदा ऐलान करने दी कोई लोड़ आने? ऐलान बेशक एक होर करा छड्डन, उस च सारी जिंदगी गुनाह ही कीते न, ओदे जनाजे ते केड़ा किसी वहना। हाँ गल ते तेरी भी ठीक है, ओदे किसी लगना भी नहीं। ते नाले ये दस हुण इस मोटर दा के करना? एदे आला कम बड़ा लम्मा, ए सुने थे ठीक कोई नहीं होना। इन हुण खोल के शहर लै वहना पौना। ਇਹ ਤਾਂ ਚੰਗਾ ਭਲਾ ਵਕਤ ਬਣ ਗਿਆ। ਆਹ ਇਦੋਂ ਕਿਹੜੇ ਚੜਿਆ ਨਹੀਂ भाई जनाजे विचों सिर्फ 15 मिनट रहंदे नो, तुसी जनाजा कोई नहीं पढ़ना। ਤੁਸੀਂ ਮੈਨੂੰ ਇਹ ਦੱਸੋ, ਇੱਕ ਤਵਾਇਫ ਔਰਤ ਹੈ ਤੇ ਉਹ ਸਾਰੀ ਜ਼ਿੰਦਗੀ ਗੁਨਾਹ ਕੀਤੇ ਨੇ, ਕਿਆ ਉਸ ਦਾ ਨਮਾਜ਼ ਜਨਾਜ਼ਾ ਪੜ੍ਹਨਾ ਚਾਹੀਦਾ? ਜਿਸ ਮਾਸ਼ਰੇ ਵਿੱਚ ਉਸ ਔਰਤ ਦੇ ਗੁਨਾਹਾਂ ਦੇ ਬਰਾਬਰ ਸ਼ਰੀਕ ਅਗਰ ਮਰਦਾਂ ਦੀ ਨਮਾਜ਼ ਜਨਾਜ਼ਾ ਪੜ੍ਹੀ ਜਾ ਸਕਦੀ ਹੈ ਤੇ ਫਿਰ ਉਸ ਔਰਤ ਦੀ ਕਿਉਂ ਨਹੀਂ? ਸਿਰਫ ਔਰਤ ਹੋਣ ਦੀ ਵਜ੍ਹਾ ਤੋਂ ਉਸ ਨੂੰ ਨਿਸ਼ਾਨਾ ਬਣਾਉਣਾ ਇਹ ਬਿਲਕੁਲ ਨਾ ਇਨਸਾਫੀ ਹੈ। ਕਿਵੇਂ ਨਾ ਇਨਸਾਫੀ ਹੈ? अगर मर्द और औरत गुनाह मुश्तरका कर रहे नो फिर सज़ा एक तरफा क्यों है? जे वो गुनाह बराबर कर रहे नो फिर जिहड़ी सज़ा है वो भी बराबर होनी चाहिए, एक तरफा नहीं होनी चाहिए। सिर्फ औरत होने की वजह तो उसनू निशाना बनाना ये मेरे भाईओ बिल्कुल ना इंसाफी है। मेरे भाईओ अल्लाह ताला दे दरवाजे दे अगे हर बंदे अपने अमाल दे मुताबिक पेश होना है, ना कि लोगों के फैसले दे मुताबिक। बेशक इस्लाम जिहड़ा है वो गुनाह नू बिल्कुल ना पसंद करता है, लेकिन ਜਿਹੜੇ तौबा ਦਾ ਰਸਤਾ ਹੈ ਉਹ ਇਨਸਾਨ ਵਾਸਤੇ ਆਖਰੀ ਸਾਹ ਤੱਕ ਖੁੱਲਾ ਹੈ। ਜਿਸ ਔਰਤ ਦਾ ਤੁਸੀਂ ਕਹਿ ਰਹੇ ਹੋ ਕਿ ਇਹ ਗੁਨਾਹਗਾਰ ਹੈ, ਇਹ ਸਾਰੀ ਜ਼ਿੰਦਗੀ ਗੁਨਾਹ ਕੀਤੇ ਨਾ, ਅਸੀਂ ਇਸ ਦਾ ਨਮਾਜ਼ ਜਨਾਜ਼ਾ ਨਹੀਂ ਪੜ੍ਹਨਾ। ਹੋ ਸਕਦਾ ਉਸ ਆਖਰੀ ਲਮਹਾਤ ਵਿੱਚ ਆਪਣੇ ਅੱਲਾਹ ਕੋਲੋਂ ਮਾਫੀ ਮੰਗ ਲਈ ਹੋਵੇ। ਗੱਲ ਤੇ ਤੁਹਾਡੀ ਵੀ ਠੀਕ ਹੈ। ਤੁਸੀਂ ਮੈਨੂੰ ਇਹ ਦੱਸੋ, ਇੱਕ ਜੀ ਔਰਤ ਹੈ ਉਹ ਸਾਰੀ ਜ਼ਿੰਦਗੀ ਗੁਨਾਹ ਕਰਦੀ ਰਹੀ ਤੇ ਆਖਰੀ ਲਮਹਾਤ ਵਿੱਚ ਆ ਕੇ ਉਸ ਅੱਲਾਹ ਕੋਲੋਂ ਤੌਬਾ ਕਰ ਲਈ, ਕਿਆ ਉਸ ਦੀ ਤੌਬਾ ਕਬੂਲ ਹੋਵੇ ਸੀ? हाँ बिल्कुल, मैं भी यही गल करूँगा। एक जी औरत सारी जिंदगी गुनाह करती रही, एंड ते आके उस तौबा कर लई, उस दी वो तौबा किवें कबूल हो सकदी? ਆਪਣੇ ਪਿੱਛੇ ਇੱਕ ਵਾਰੀ ਪਾਣੀ ਵੇਖੋ, ਜਿੱਥੋਂ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਇਹ ਪਾਣੀ ਤੇ ਸਾਨੂੰ ਨਜ਼ਰ ਆ ਗਿਆ, ਲੇਕਿਨ ਇਹ ਸਾਡੇ ਸਵਾਲ ਦਾ ਜਵਾਬ ਤੇ ਨਹੀਂ। ਅਗਰ ਤੁਸੀਂ ਇੱਕ ਮਿੰਟ ਖਾਮੋਸ਼ ਰਹੋ ਤਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਹੀ ਦੇਵਾਂ। ਤੁਹਾਡੀ ਜਿੱਥੋਂ ਤੱਕ ਨਜ਼ਰ ਜਾ ਰਹੀ ਹੈ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। हाँ जी बिल्कुल, इस गल विच कोई शक नहीं। ਤੇ ਅੱਲਾਹ ਤਾਲਾ ਦੀ ਜਿਹੜੀ ਰਹਿਮਤ ਹੈ ਉਹ ਇਸ ਪਾਣੀ ਨਾਲੋਂ ਕਈ ਗੁਣਾ ਜ਼ਿਆਦਾ ਹੈ, ਔਰ ਇਨਸਾਨ ਦੇ ਜਿਹੜੇ ਗੁਨਾਹ ਹਨ ਉਹ ਆ ਜਿਹੜੀ ਤੁਸੀਂ ਮਿੱਟੀ ਦੀ ਇੱਕ ਰੋੜੀ ਵੇਖ ਰਹੇ ਹੋ, ਇਨਸਾਨ ਦੇ ਵੱਡੇ ਤੋਂ ਵੱਡਾ ਗੁਨਾਹ ਵੀ ਅੱਲਾਹ ਤਾਲਾ ਦੀ ਰਹਿਮਤ ਅੱਗੇ ਇਸ ਮਿੱਟੀ ਦੀ ਰੋੜੀ ਨਾਲੋਂ ਛੋਟੇ ਹਨ। ਅਗਰ ਅਸੀਂ ਇਹ ਮਿੱਟੀ ਦਾ ਛੋਟਾ ਜਿਹਾ ਟੁਕੜਾ ਪਾਣੀ ਵਿੱਚ ਸੁੱਟਦੇ ਹਾਂ, ਕਿਆ ਪਾਣੀ ਨੂੰ ਕੋਈ ਫਰਕ ਪਹੁੰਚੀ? ਪਾਣੀ ਤੇ ਬਹੁਤ ਜ਼ਿਆਦਾ ਹੈ, ਲੇਕਿਨ ਇਸ ਛੋਟੀ ਜੀ ਰੋੜੀ ਨਾਲ ਇਸ ਪਾਣੀ ਨੂੰ ਕੀ ਫਰਕ ਪਾਉਣਾ? ਅੱਗਾ ਵੱਧ ਤੁਸੀਂ ਆਪ ਹਿਸਾਬ ਲਾ ਲਿਓ। ਅੱਲਾਹ ਤਾਲਾ ਦੀ ਜਿਹੜੀ ਰਹਿਮਤ ਹੈ ਉਹ ਇਸ ਪਾਣੀ ਨਾਲੋਂ ਕਈ ਗੁਣਾ ਜ਼ਿਆਦਾ ਹੈ, ਔਰ ਇਨਸਾਨ ਦੇ ਜਿਹੜੇ ਗੁਨਾਹ ਹਨ ਉਹ ਅੱਲਾਹ ਤਾਲਾ ਦੀ ਰਹਿਮਤ ਅੱਗੇ ਇਸ ਮਿੱਟੀ ਦੇ ਛੋਟੇ ਜਿਹੇ ਟੁਕੜੇ ਨਾਲੋਂ ਵੀ ਬਹੁਤ ਜ਼ਿਆਦਾ ਛੋਟੇ ਹਨ। ਅਗਰ ਇਨਸਾਨ ਅੱਲਾਹ ਤਾਲਾ ਕੋਲੋਂ ਡਰ ਵੈਂਦਾ ਹੈ ਔਰ ਆਪਣੇ ਅੱਲਾਹ ਕੋਲੋਂ ਸੱਚੇ ਦਿਲ ਨਾਲ ਮਾਫੀ ਮੰਗਦਾ ਹੈ ਤੇ ਅੱਲਾਹ ਤਾਲਾ ਦੀ ਜ਼ਾਤ ਉਸ ਨੂੰ ਮਾਫ ਕਰ ਦਿੰਦੀ ਹੈ, ਕਿਉਂਕਿ ਅੱਲਾਹ ਤਾਲਾ ਦੀ ਜਿਹੜੀ ਰਹਿਮਤ ਹੈ वो बहुत ज़्यादा वसी है। उस दी रहमत तो कभी भी मायूस नहीं होना चाहिए। सारी ज़िंदगी दूसरों के ऐब तलाश करके हम उन पे कुफर के फतवे लगाते रहे, और जब अपने गिरेबान में झांक कर देखा तो हमसे बड़ा गुनाहगार कोई ना निकला। दोस्तों इस वीडियो बनाने का एक मकसद ये है कि कभी भी अल्लाह ताला दी रहमत तो मायूस नहीं होना चाहिए। दूसरा सन दूजियां दे ऐब तलाश करने की बजाय अपने अंदर झांक के वेखना चाहिए कि असी खुद कितने परहेजगार हाँ। अल्लाह ताला सन सब नूं हिदायत अता फरमाए।